भाई हरप्रीत सिंह जी जगराओं साढ़े को पहुँच चुके हैं, उन्होंने समा हो चुका, उन्होंने स्टेज संभालेंगे। पहली बेनती चुप का दान बख्शो, दूसरी बेनती फोन अपने साइलेंट कर लो भाई सारे, एक का भी फोन बजता है तो सारे की लगी लगाई टुटती है, ये बेनती मनो। तीसरी बेनती मेरिया भैनों बीबियां, जेकर कोई बच्चा भाई रोंदा है तो चुपचाप बाहर चले जाओ, कहने की लोड़ ना पवे। किरपा रखियो होर भी संगतां जो घरों घरी है भाई हजे तक वो गुरुद्वारा साहिब विखे पहुंचने की कृपालता करो, तां जो असीं इस समां जो लंघ रहे दा लाहा लै सकीए। हुण मैं बेनती करा भाई हरप्रीत सिंह जी जगराओं वाले, वो आप जी नूं गुर विचारा राही निहाल करनगे। समूह संगत ने प्यार का सबूत देंदे जयकारे नाल उन्हां दा स्वागत करना है। बोले सो निहाल, सत श्री अकाल। वाहिगुरू जी का खालसा, वाहिगुरू जी की फतेह। सत सत हर सत सत, सते सत बणियै दूसर आन नायवर पुरख, पव रतन सुनियै अमृत हर को नाम लै, मन सब सुख पाए जिह रसन चाख्यो, तिह जन तृप्त बगाए। जिह कृपाल भयो गोबिंद, सत संगत तिह प्यार, सत संगत तिह प्यार। जिह कृपाल भयो गोबिंद, सत संगत तिह प्यार। हर गुरु नानक जिन परसियो, तिन सब कुल कीओ उधार। फतेह बुलाओ जी। वाहिगुरू जी का खालसा, वाहिगुरू जी की फतेह। धੰन गुरु ग्रंथ साहिब जी महाराज जी पावन पवित्र ਉਹਦੇ अंदर सज बैठे हाँ। सत्संग के महान सरोवर से आप जी दुबदा विच पए इस मन का इशनान कराने वास्ते अपनी सुरत की टुटी हुई डोरी को तरोतार करने वास्ते, इस जीवन को सफल करने वास्ते, गुरु नाल वादा करने वास्ते, जिस वादे को थिड़क के बंदा मनमत वाले पास चलिया जाता है। पर सिख गुरु कोल जद भी आउंदा है उस वादे को याद करता है, सच्चे पातशाह कभी तेरे नाल मेरा वादा सी, तू मां के उदर विच पुठले लटकदे नूं सीधा करके संसार विच भेज दे सही, मैं धर्म कमावांगा। और जे इस मार्ग की किते समझ ना पई, मैं तेरे नाल जुड़े होया तो रास्ता लवांगा, मैं उन्हां दी संगत विच बैठांगा। संसार विच परमेश्वर का मार्ग दिखाने वाले एक नहीं अनेकां आए, पर परमेश्वर नाल जोड़ देण दी जुगती संसार कोई दे सके, ये किसी बिरले धन गुरु नानक साहिब जी वर्गे सच्चे सतगुर दे हिस्से आया। नहीं तो रब की गल करते करते अखीर अपने शरीर तक संसार में लै गए।
ਰੱਬ ਨੂੰ ਮਿਲਣ ਦੀ ਵਾਰੀ ਇਹ ਤੇ ਸਾਰੇ ਕਹਿੰਦੇ, ਪਰ ਮਿਲਿਆ ਕਿਵੇਂ ਜਾਏ, ਜੁਗਤੀ ਕੀ ਹੈ। ਤੁਹਾਡੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਜੁਗਤੀ ਦਿੱਤੀ। ਇੱਥੇ ਕਿਸੇ ਨੇ ਕਿਹਾ ਕੱਪੜੇ ਪਾਉਣੇ ਛੱਡ ਦੇ, ਹਜ਼ੂਰ ਕਹਿੰਦੇ ਨਗਨ ਫਿਰਤ ਜੋ ਪਾਈਏ ਜੋਗ ਬਣ ਕਾ ਮਿਰਗ ਮੁਕਤ ਸਭ ਹੋ। ਕਿਸੇ ਨੇ ਕਿਹਾ ਬੋਲਣਾ ਬੰਦ ਕਰ ਦੇ, ਹਜ਼ੂਰ ਨੇ ਕਿਹਾ ਬੋਲੇ ਨਾ ਹੀ ਹੋ ਬੈਠਾ ਮੌਨੀ ਅੰਤਰ ਕਲਪ ਭਵਾਇਆ ਜੋਨੀ। ਕਿਸੇ ਨੇ ਕਿਹਾ ਤੀਰਥਾਂ ਦੇ ਇਸ਼ਨਾਨ ਦੇ ਚੱਲ ਪਓ, ਗੁਰੂ ਨੇ ਕਿਹਾ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਗੁਰਮੁਖ ਕਿੱਥੇ ਆ ਕੇ ਖਲੋਂਦੀ ਹੈ, ਮੂੰਹ ਕਰਕੇ ਬੋਲਣਾ ਬੰਦ ਕਰ ਦਿੰਦਾ। ਵੇਖ ਜਿਹੜੀ ਚੀਜ਼ ਨੂੰ ਚੁੱਪ ਕਰਾਉਣਾ ਸੀ ਉਹ ਤੇ ਅਜੇ ਵੀ ਬੋਲਦੀ ਹੈ। ਆ ਜਿਹੜੇ ਆਪਣੇ ਆਪ ਨੂੰ ਮੋਨੀ ਖਵਾਉਂਦੇ ਨੇ ਨਾ, ਜੇ ਚਾਹ 'ਚ ਮਿੱਠਾ ਪਾਉਣਾ ਭੁੱਲ ਜਾਏ ਨਾ, ਸੇਵਾਦਾਰ ਤੇ ਉਂਗਲੀ ਹਿਲਾ ਕੇ ਦੱਸਦੇ ਮਨ ਚੋਂ ਆਵਾਜ਼ ਆ ਰਹੀ ਹੈ, ਐਵੇਂ ਥੋੜ੍ਹਾ ਉਂਗਲੀ ਹੈ। ਜਿਹਨੂੰ ਚੁੱਪ ਕਰਾਉਣਾ ਸੀ ਉਹ ਤੇ ਬੋਲਦਾ ਹੀ ਰਹਿੰਦਾ। ਜ਼ੁਬਾਨ ਸਰੀਰ ਦੀ ਬੰਦ ਹੋ ਗਈ, ਇਹਦੀ ਕੋਈ ਵਿਸ਼ੇਸ਼ਤਾ ਨਾ ਹੋਈ। ਹਜ਼ੂਰ ਨੇ ਬਚਨ ਕੀਤਾ, ਬੋਲ ਸੋ ਧਰਮੀੜਿਆ। ਚੰਗੇ ਅਸੂਲਾਂ ਨੂੰ ਅਪਣਾਉਣ ਵਾਲੇ, ਧਰਮ ਦੇ ਮਾਰਗ ਤੇ ਚੱਲਣ ਵਾਲਿਆ, ਬੋਲ ਬੋਲ ਸੋ ਧਰਮੀੜਿਆ। ਮੌਨ ਕਰਤ ਧਾਰਿਆ। ਕਿਹੜੀ ਗੱਲੋਂ ਮੌਨੀ ਬਣ ਕੇ ਬਹਿ ਗਿਆ। ਬੋਲ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਕਿਤੇ ਰਸਨਾ ਨੂੰ ਬੋਲਣੋਂ ਬੰਦ ਨਾ ਕਰ ਦੇਈਂ। ਇਹਦੇ ਨਾਲ ਤੇ ਸਿਫਤ ਕਰਨੀ, ਇਹਦੇ ਨਾਲ ਤੇ ਜਪ ਦੀ ਫਾਹੀ ਨਾਪ ਨਾਪ ਕੇ ਮੱਪ ਮੱਪ ਕਾਟੋ, ਜਪ ਦੀ ਫਾਸੀ ਇਹਦੇ ਨਾਲ ਤੇ ਉਹ ਕੱਟਣੀ ਹੈ। ਚੁੱਪ ਨਾ ਕਰ ਜਾਈਂ। ਤੇਰੇ ਸਾਹਮਣੇ ਕੋਈ ਟੋਏ 'ਚ ਡਿੱਗਣ ਲੱਗਿਆ, ਤੂੰ ਕਹੇ ਮੈਂ ਤਾਂ ਮੌਨੀ ਹੈ, ਰੌਲਾ ਪਾ ਦੇ, ਬਚਾ ਲਈ ਉਸ ਨੂੰ। ਗੁਰੂ ਬਾਬਾ ਜੀ ਨੇ ਵੇਖਿਆ ਸੰਸਾਰ ਤੇ ਮਨਮਤ ਦੇ ਟੋਏ ਵਿੱਚ ਡਿੱਗਦਾ ਜਾ ਰਿਹਾ। ਗੁਰੂ ਨੇ ਆਵਾਜ਼ ਮਾਰੀ, ਕਰਤਾਰਪੁਰ ਖਲੋ ਕੇ ਹੀ ਆਵਾਜ਼ ਨਹੀਂ ਮਾਰੀ, ਆਪ ਚੱਲ ਕੇ ਗਏ ਉਹਨਾਂ ਟੋਏ ਵਿੱਚ ਡਿੱਗਦੇ ਲੋਕਾਂ ਨੂੰ ਬਚਾਉਣ ਵਾਸਤੇ। ਤੇ ਕਰੋੜਾਂ ਦੀ ਗਿਣਤੀ ਵਿੱਚ ਗੁਰੂ ਬਾਬਾ ਜੀ ਨੇ ਗੁਰ ਦੀਖਿਆ ਦਿੱਤੀ। ਆਪਾਂ ਤਾਂ ਹੁਣ ਵੀ ਕਰੋੜਾਂ 'ਚ ਹੀ ਫਿਰਦੇ ਆ। ਧੰਨ ਗੁਰੂ ਨਾਨਕ ਸਾਹਿਬ ਨੇ ਕਰੋੜਾਂ ਦੀ ਗਿਣਤੀ ਤਾਂ ਉਦੋਂ ਖੜੀ ਕਰ ਦਿੱਤੀ ਸੀ, ਨਾਨਕ ਨਾਮ ਲੇਵਾ ਸੰਗਤ। ਸ਼ਬਦ ਦੇ ਪੁਜਾਰੀ ਤਾਂ ਉਦੋਂ ਕਰੋੜਾਂ ਦੀ ਗਿਣਤੀ 'ਚ ਖੜੇ ਕਰਦੇ ਸੀ। ਆਪਾਂ ਹੁਣ ਵੀ ਕਰੋੜਾਂ 'ਚ ਘੁੰਮੀ ਜਾਂਦੇ। ਕਿਤੇ ਨਾ ਕਿਤੇ ਕਮੀ ਹੈ ਨਾ ਸਾਡੇ ਵਿੱਚ। ਪੂਰਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂ। ਸਿੱਧ ਕਹਿੰਦੇ ਬਾਬਾ ਅਸੀਂ ਤਾਂ ਬੜੀਆਂ ਉਡਾਰੀਆਂ ਡੁੱਡੀਆਂ ਮਾਰ ਕੇ ਚਾਰ ਕਦਮ ਦੇ ਪਿੱਛੇ ਲਾਉਂਦੇ ਆ, ਤੇਰੇ ਕੋਲ ਕਿਹੜੀ ਕਰਾਮਾਤ ਹੈ। ਸਿੱਧ ਆਖਣ ਸੁਣ ਨਾਥ, ਸਿੱਧ ਆਖਣ ਸੁਣ ਨਾਨਕਾ। ਤੋਹੇ ਜਗ ਨੂੰ ਕਿਆ ਕਰਾਮਾਤ ਦਿਖਾਈ, ਕਿਛ ਦਿਖਾਨੇ ਅਸਾਨੂੰ। ਤੋਹੇ ਕਿਉਂ ਢਿੱਲ ਅਵੇਈ ਲਾਈ। ਕਹਿੰਦੇ ਗੁਰੂ ਨਾਨਕ ਤੂੰ ਕਿਹੜੀ ਕਰਾਮਾਤ ਵਿਖਾ ਕੇ ਵੀ ਦੁਨੀਆ 'ਚ ਸੰਸਾਰ ਪਿੱਛੇ ਲਾ ਲਿਆ, ਕੋਈ ਮਾੜੀ ਮੋਟੀ ਸਾਨੂੰ ਵੀ ਵਿਖਾ ਦੇ। ਬਾਬਾ ਆਖੇ ਨਾਥ ਜੀ, ਸਾਡੇ ਗੁਰੂ ਨੇ ਉੱਤਰ ਕੀ ਦਿੱਤਾ। ਬਾਬਾ ਆਖੇ ਨਾਥ ਜੀ, ਅਸਾਂ ਵੇਖਣ ਜੋਗੀ ਵਸਤ ਨਾ ਕਾਈ। ਉਹ ਕਹਿੰਦੇ ਕੁਝ ਤੇ ਹੋਏਗਾ, ਐਵੇਂ ਦੁਨੀਆ ਤੂੰ ਜਿੱਥੇ ਜਾਓ ਨਾ ਉੱਥੇ ਸਵੇਰ ਸ਼ਾਮ ਸਤਸੰਗ ਹੋਣ ਲੱਗ ਪੈਂਦਾ ਹੈ। ਤਖਤਾਂ ਤੇ ਬਹਿਣ ਵਾਲੇ ਸ਼ਿਵਨਾਬ ਵਰਗੇ ਰਾਜੇ ਵੀ ਸੰਗਤ ਵਿੱਚ ਹੱਥ ਜੋੜੀ ਬੈਠੇ ਨੇ। ਕੁਛ ਤਾਂ ਹੋਵੇਗਾ ਤੇਰੇ ਕੋਲ। ਨਾਨਕ ਡਾਕੇ ਮਾਰਦਾ ਸੀ ਭੂਮੀਆਂ, ਸੱਜਣ ਠੱਗ ਬੰਦਾ ਮਾਰ ਕੇ ਖੂਹੀ 'ਚ ਸੁੱਟ ਦਿੰਦਾ ਸੀ। ਉਹ ਤੇਰੇ ਧਰਮ ਦਾ ਪਹਿਲਾ ਪ੍ਰਚਾਰਕ ਬਣ ਗਿਆ। ਕੁਛ ਤਾਂ ਹੈ ਤੇਰੇ ਕੋਲ, ਦਿਖਾ ਸਾਨੂੰ। ਸਿੱਧ ਆਖਣ ਸੁਣ ਨਾਨਕਾ,
ओट नहीं है राय। गुरु नानक साहब कह रहे ने गुरबाणी ते साध संगत तो बिना साडी कोई ओट नहीं है। हलाइए अपने अंदर नूं, साडी ओट किहड़ी किहड़ी बन गई अज। गुरु ग्रंथ साहब कोल तां इवें बची खुची जी शरधा लेके आ जाते। ते उस तो बाद दुख की गल यह है कि जिहड़े बची खुची शरधा लेके आउण वाले ने ना, जदों किते तत् गुरमत दीआं विचारां की प्रबंध केडे वड्डे वड्डे उद्यम करते हैं, वो उत्थे आउंदे ही नहीं। ये उदों वड्डी दुख की गल है। जां ते साडे प्रचार च कमी है, जां मैं दुख नाल कहना भी किते साडी कौम उन्हां हालातां विच तो नहीं लग रही जिन्हां हालातां विचों कोई कौम गुलाम होने तो पहला लग रही। हिंदुस्तान की धरती ते पैदा होने वाला धर्म है बुद्ध धर्म। तुहानूं किन्ने कुछ बुद्ध ही टक्कर दे इत्थों पैदा होया। कारण महात्मा बुद्ध ने अपने भिक्षुआं को कोई माड़े असूल नहीं सी दिते। चंगे नूं चंगा कहण विच की हर्ज है, कोई माड़े असूल नहीं सी दिते। पर उहदा इत्थों पैदा होके इत्थे क्यों दिखाई देना बंद हो गया। इतिहास पढ़ोगे ना तो पता लगू उहदे धर्म के प्रचारकों के विच विरोधियों ने घुसपैठ की। इहो जे घिरे हुए जीवन वाले प्रचारक पाए जिन्होंने ना सिद्धांत का पता, ना गल ना बात, लोगों का उन्हों का जीवन वेख के उस धर्म वालों मुंह मुड़ गया। क्योंकि सिर्फ गल च बड़ी सारी माड़ा पाउण नाल कोई धर्मी थोड़ो बनता। हुण ते इंज लगदा भी कईयां ने तो ब्लैक मनी एडजस्ट करने का तरीका बना लिया। कहते की करिए जी, श्रद्धालुओं ने माड़ा दे इन्नी महंगी दी, एक एक मणका करोड़ों की लागत में हाथ पाउंदा। कबीर मेरी सिमरनी रसना उपर राम, किथे गई वो सिमरनी? पुछण वाले किथे गए? जदों कोई ये माड़ा ते खोज बना अपना फोटोआं विखाउंदा है ते पुछण वाले किथे गए? भाई गुरु ने किहड़ी माड़ा की गल कीती है? तू माड़ा ते खोज लवाउंदा ही नहीं थकदा। चलो पुछण नूं रहण दिया करो, घट्टो घट इन्हां लोकां कोल जाना बंद कर दईए। देखो मैं एक बेनती करदा, तुसीं एडा वड्डा उपराला कीता, बड़ी दूरों दूरों इत्थे संगत पहुंच रही है। 100 किलोमीटर तो चल के गुरसिख प्यारे इस दीवान की हाजरी भर रहे हैं। फोन आ रहे सन भी समा दीवान का किन्ने तो किन्ने बजे तक, बड़ी दूरों दूरों संगत पहुंच रही हैं। कई कई साल ला के गुरमत के प्रचार किसी थान से ना गुरमत का बेस तैयार करते हैं। उन्होंने कन्ना आदत पाते हैं गुरमत सुनन की, जोड़े मनमत सुनन के आदि बना दिते गए हैं, पढ़ नहीं गए बना दिते गए। कई बार उस स्थान के उत्ते बस आउंदा एक हजूरिया पा के मेरे वांग लंबी सारी गल च माड़ा, लम्मा सारा चोगा, कई कई साल की मेहनत एक घंटे च पट्टी मेज करके तुरदा लगता है। जे तुसीं जागरूक ना होए ये काम आउंदा रहना। बड़ी मेहनत नाल ये कान जिहड़े मनमत सुनन दे आदी हो गए ने, इन्हां नूं गुरमत सुनन की आदत पैंदी है। किते चंगा प्लेटफार्म बनदा है उस संभालिए। हुण जिहड़े सिद्धांत सतगुर पातशाह की बाणी ने दिते ने ना, महात्मा बुद्ध इत्थे दिखाई नहीं देता, प्रचारकां च घुसपैठ हो गई। दूजी गल, जिन्नी उस धर्म की माया सी वो सारी मठ बनाने में लग गई। मठ ते मठ चढ़ाता, इमारत ते इमारत, बस माया सारी इमारतों ते लग गई, प्रचारकों में घुसपैठ हो गई तो सारी गल बिगड़ गई। आज
जाए। बोर्ड लगे ने, फटियां लगे, इत्थे सोने की सेवा चल रही है। ये जी खत्म कदों होनी है? ये कितना चर हो गया चली नूं ते कदों खत्म होनी है? नहीं ये तो कोई पता नहीं जी। बस आ हुण वाले महापुरुषों तो जिहड़े पहले बैठे सी ना, उन्हां तो पहलां वाले दे समय तो तुरी ये कदों तक कोई पता नहीं कि अगों दे अगों चलती। साडी माया सोने की सेवा वास्ते नहीं है। गुरु गोबिंद सिंह साहब तक किसी धर्म स्थान से सोने की माया नहीं लाई गई। ये माया गरीब के मूँह विच पैनी है या ये माया धर्म के प्रचार वास्ते लगनी है। सिक्ख्या लईए वो धर्म जिहड़े गुलाम हो गए, वो धर्म जिहड़े जिथों पैदा होए उत्थे नहीं विखाई दिंदे। हुण जिहड़े ये असूल सतगुरु ने दिते ने, इन्हां नूं सुणन दी सानूं आदत पै जाए। हजूर कह रहे ने, बोल सो धर्मिणिया मौन कत धारीरा, तू नेतरी देख। कईयां ने अखां ही बंद कर लिया। कहते महापुरुष 12 घंटे अखां बंद रखते। हुण टाइम पता नहीं कौन नोट करता है भी 12 घंटे ये 18 घंटे किनू विखाउण वास्ते। हुण गल नूं बैलेंस करना जरूरी है। गुरु के प्यार विच बाणी पढ़दे आ किते अखां बंद हो गईयां, गलत नहीं, वो गलत नहीं। पर जे अखां बंद करन ही भगती मान लिया जाए, फिर तो कलजुगी पांडे वाली गल आ गई ना। जिहड़ा जगन्नाथपुरी च बह गया सी लोटा रख के, कहता तिन्नां भवनां दीयां गल्लां दसो, ते कन्नां नाल सुणदा सी भी विच रुपईया डिगदा टणक टणक टणक। ते जदों लोटा पिछे रखिया, टणकार बंद हो गई। कहता लोटा कित्थे गया जी, लोटा कित्थे गया? महाराज जी कहते तूं तां तिन्नां भवनां दीयां दसदा सी, हुण तैनूं लोटे दा नहीं पता। मरदानिया इहदा दिल फेल ना हो जाए, आप पिछों लोटा चक के अगे रख दे। सिर्फ अखां बंद कर भी भगती मान ले। सतगुरु जी कहते सिखा तू नेतरी देख, वेख अखां खोल के आ संसार दे सच नूं वेख। चलिया माया त्योहारी राम, बड़े बड़े माया दे व्यवहारी खवाउण वाले सच्चे धन तो बिना खाली जा रहे थे। जिहड़े कहते सी बड़े बड़े दुनियादार आ जी, एक फोन ते काम कराउणे। हजूर कहते बड़ा हुआ दुनिया, बड़ा बड़ा दुनियादार है भाई। कल संगल घत चलाया, जदों नाम रूपी पूंजी ना इकट्ठी की, चंगा कर भी पल्ले कुड़ी नहीं, ते संगल पा लिया जमा ने गल च, बंदी बना के ले चले। ते रब दे प्यारे जिहदे घर दे विच रहरा साहिब दी शाम नूं आवाज़ आउंदी सी, जिहदे घर में अमृत वेले जपजी साहिब की आवाज़ आती सी, धर्मराज ने इकट्ठे कर ले जमदूत, ते इकट्ठे करके मीटिंग की, हदायत करती जमदूतों सुनो ध्यान नाल नोट करो डायरी ते। आ कुछ थावां ने जिथे तुसीं जाना नहीं, नोट करियो। बाणी विच लिखदियां जेह साधु गोबिंद भजन कीर्तन नानक नीत। कहता जिथे रब का प्यारा बैठा ना, भजन बंदगी है जिथे, जिथे कीर्ति हो रही है। अड़ा अड़ा तू ना मैं छुटना ना तू छुटना, अड़ै छुटै निकट ना जाइयो दूत। अपना छुटकारा नहीं, किते भजन बंदगी वाली थान ते ना चले जाओ। हुण गुरसिख दा घर की है, गुरसिख दे घर दा माहौल की है? घर घर अंदर धर्मसार, होवै कीर्तन सदा वसोआ। गुरसिख दे घर च कोई आ जाए ना शाम नूं, महसूस करे मैं गुरुद्वारा साहिब विच आ गया। ते जे घर चौंदिया सार ड्राइंग रूम दे विच शराब की बोतल खुली पई, फिर की पता लगे भी मैं शराब के हाथे च आ गया। शराब के हाथे च आ गया, किथे गुरुद्वारे च आ गया, किथे शराब के हाथे च आ गया। क्षमा करो जी, अज नाम नाल सिंह लगता, नाम नाल कौर लगता, ते घरां च जा
ਕੰਧ ਤੇ। ਹੁਣ ਤੇ ਨਕਸ਼ੇ ਵੀ ਇਵੇਂ ਬਣਦੇ ਆ, ਕਹਿੰਦੇ ਡਰਾਇੰਗ ਰੂਮ ਦੇ ਵਿੱਚ ਸਕਰੀਨ ਲਾਓ ਤੇ ਪਰ ਕਿਚਨ ਦੇ ਵਿੱਚ ਖੜੀ ਬੀਬੀ ਨੂੰ ਦਿਸਦਾ ਹੋਣਾ ਚਾਹੀਦਾ ਵੀ ਕਿਹੜਾ ਸੀਰੀਅਲ ਚੱਲ ਰਿਹਾ, ਵੀ ਨਿਗਾਹ ਪੈਂਦੀ ਹੋਣੀ ਚਾਹੀਦੀ। ਇੰਜੀਨੀਅਰ ਤੋਂ ਨਕਸ਼ਾ ਹੀ ਐਵੇਂ ਦਾ ਬਣਾਓ। ਤੇ ਜੇ ਗੁਰੂ ਘਰ ਦੇ ਵਿੱਚ ਸੰਗਤ ਵਾਸਤੇ ਗੁਰੂ ਘਰ ਲੰਗਰ ਤਿਆਰ ਕਰਨਾ ਹੈ, ਕਹਿੰਦੇ 100-100 ਰੁਪਈਆ ਦਿਹਾੜੀ ਤੇ ਬੀਬੀਆਂ ਲੈ ਆਓ। ਆਹ ਸਾਡੀ ਸੇਵਾ ਹੈ, ਆਹ ਸੇਵਾ ਰਹਿ ਗਈ ਸਾਡੀ। ਗੁਰੂ ਕੇ ਲੰਗਰਾਂ ਵਾਸਤੇ ਸਾਨੂੰ ਦਿਹਾੜੀ ਤੇ ਬੀਬੀਆਂ ਲੈ ਕੇ ਆਉਣੀਆਂ ਪੈਂਦੀਆਂ ਨੇ। ਆਪ ਅਸੀਂ ਗੁਰੂ ਘਰ ਲੰਗਰ ਨਹੀਂ ਤਿਆਰ ਕਰਦੇ ਤੇ ਮੰਗਾਂ ਸਾਡੀਆਂ ਬਹੁਤ ਨੇ। ਹਜ਼ੂਰ ਕਹਿੰਦੇ ਸੇਵਾ ਥੋੜੀ ਮੰਗ ਬਹੁਤ। ਤੇਰੀ ਸੇਵਾ ਥੋੜੀ ਹੈ, ਤੂੰ ਮੰਨ ਜਾ। ਤੇਰਾ ਮੂੰਹ ਬੰਦੇ ਦਾ ਲੱਗਿਆ, ਪਰ ਇਸ ਬੰਦੇ ਦੇ ਮੂੰਹ ਨਾਲ ਤੂੰ ਕੰਮ ਬੰਦਿਆਂ ਵਾਲੇ ਨਹੀਂ ਕਰ ਰਿਹਾ। ਠੀਕ ਹੈ, ਕਿਸੇ ਵੇਲੇ ਤੇਰਾ ਮੂੰਹ ਸੂਰ ਵਾਲਾ ਸੀ, ਕਿਸੇ ਵੇਲੇ ਤੇਰਾ ਮੂੰਹ ਕੀੜੇ ਦਾ ਸੀ, ਕਿਸੇ ਵੇਲੇ ਤੇਰਾ ਮੂੰਹ ਸੱਪ ਵਾਲਾ ਸੀ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਰਮੀਨ ਕਰੰਗਾ। ਇਹ ਤੇਰਾ ਜੀਵਨ ਹੈ। ਮੇਰਾ ਰਿਕਾਰਡ ਬੋਲਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਜਿਵੇਂ ਪਟਵਾਰੀਆਂ ਕੋਲ ਰਿਕਾਰਡ ਹੁੰਦਾ ਨਾ, ਇੰਚ ਚੋਂ ਇੰਚ ਕੱਢ ਕੇ ਦੱਸ ਦੇਣਗੇ ਫਲਾਣਾ ਸਿਆ ਤੇਰੀ ਜ਼ਮੀਨ ਇੰਨੀ, ਤੇਰੇ ਨਾਂ ਇੰਨੇ ਵਿਗੇ ਬੋਲਦੇ, ਇੰਨੇ ਮਰਲੇ ਬੋਲਦੇ। ਤੇ ਗੁਰੂ ਗ੍ਰੰਥ ਸਾਹਿਬ ਮੇਰਾ ਇੰਚ ਇੰਚ ਰਿਕਾਰਡ ਬੋਲਦਾ ਗੁਰੂ ਗ੍ਰੰਥ ਸਾਹਿਬ ਚੋਂ, ਮੈਂ ਕਿੱਥੋਂ ਆਇਆ, ਮੈਂ ਕੀ ਸੀ। ਹਜ਼ੂਰ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਕਈ ਜਨਮ ਮੈਂ ਸੱਪ ਬਣਿਆ, ਕਈ ਜਨਮ ਮੈਂ ਸੂਰ ਬਣਿਆ। ਆਪ ਨੂੰ ਸੂਰ ਦਾ ਲੱਗਿਆ ਸੀ ਤੇ ਸੂਰ ਬਣ ਕੇ, ਸੂਰ ਕੀ ਖਾਂਦਾ ਹੈ? ਸੂਰ ਗੰਦਗੀ ਖਾਂਦਾ ਹੈ। ਅੱਜ ਮੇਰਾ ਮੂੰਹ ਬੰਦੇ ਵਾਲਾ ਲੱਗਿਆ ਤੇ ਮੈਂ ਬੰਦਿਆਂ ਵਾਲਾ ਕੰਮ ਕਰਦਾ। ਮੇਰੀ ਖੁਰਾਕ ਬੰਦਿਆਂ ਵਾਲੀ ਹੈ। ਮੇਰੀਆਂ ਅੱਖਾਂ ਦੀ ਵੱਖਰੀ ਖੁਰਾਕ, ਮੇਰੇ ਕੰਨਾਂ ਦੀ ਵੱਖਰੀ ਖੁਰਾਕ, ਮੇਰੀ ਰਸਨਾਂ ਦੀ ਵੱਖਰੀ ਖੁਰਾਕ, ਹਰ ਇੰਦਰੀ ਦੀ ਵੱਖਰੀ ਖੁਰਾਕ। ਪਰ ਕੀ ਬੰਦੇ ਵਾਲੀ ਖੁਰਾਕ ਲੈ ਲਿਆ? ਮੇਰੇ ਕੰਨਾਂ ਵਿੱਚ ਨਿੰਦਿਆ ਦੀ ਖੁਰਾਕ ਪੈ ਰਹੀ ਹੈ। ਮੇਰੀਆਂ ਅੱਖਾਂ ਪਰਾਇਆ ਰੂਪ ਤੱਕ ਰਹੀਆਂ ਨੇ, ਮੇਰਾ ਮੂੰਹ ਬੰਦੇ ਵਾਲਾ, ਪਰ ਮੇਰੀ ਕਰਤੂਤ ਸੂਰ ਵਾਲੀ। ਬਲਕਿ ਬਾਣੀ ਤੇ ਕਹਿੰਦੀ ਸੂਰ ਤੇ ਫਿਰ ਚੰਗਾ। ਸਾਖਤ ਤੇ ਸ਼ੁਕਰ ਭਲਾ ਰਾਖੈ ਅੱਛਾ ਗਾਉ। ਇਹਦੇ ਨਾਲੋਂ ਤੇ ਚੰਗਾ ਸੀ ਸੂਰ। ਘੱਟੋ ਘੱਟ ਜਿੱਧਰ ਦੀ ਲੰਘ ਜਾਂਦਾ ਗੰਦਗੀ ਸਾਫ਼ ਕਰਦਾ ਜਾਂਦਾ। ਤੂੰ ਤੇ ਆਪਣੀ ਨਜ਼ਰ ਇੰਨੀ ਮੈਲੀ ਕਰ ਲਈ ਸਤਿਗੁਰ ਦੇ ਨਾਮ ਤੋਂ ਬਿਨਾਂ, ਜਿੱਧਰੋਂ ਲੰਘਦਾ ਗੰਦਗੀ ਖਿਲਾਰਦੀ ਜਾਂਦੀ ਹੈ। ਨਜ਼ਰਾਂ ਵਿੱਚ ਇੰਨੀ ਗੰਦਗੀ ਭਰ ਗਈ। ਹਜ਼ੂਰ ਕਹਿੰਦੇ ਯਾਦ ਰੱਖ, ਗੋਬਿੰਦ ਦੇ ਭਜਨ ਤੋਂ ਬਗੈਰ ਕੁਝ ਵੀ ਤੇਰੇ ਨਾਲ ਨਹੀਂ ਜਾਏਗਾ। ਸਾਧ ਸੰਗਤ ਭਾਜ ਕੇਵਲ ਨਾ। ਕਿਤੇ ਉਹਨਾਂ ਨੂੰ ਇੱਕ ਸਵਾਲ ਕਰਦਾ, ਕਹਿੰਦਾ ਚਲੋ ਇਸ ਗੱਲ ਨੂੰ ਛੱਡੋ, ਗੁਰਪੁਰ ਸਾਹਿਬ ਦਾ ਕਹਿ, ਰੂਸੀ ਕੀ ਸੱਚ ਦਾ ਕਹਿ, ਮੈਨੂੰ ਐਂ ਦੱਸੋ ਵੀ ਜਗਦੇ ਕਿੰਨਾ ਦੋਵੇਂ ਪਰੇ ਝਗੜਨ। ਕੀ ਅਸੀਂ ਇਹ ਚੀਜ਼ਾਂ ਬਹਿਸ ਕਰਨ ਵਾਸਤੇ ਰੱਖ ਰਹੀਆਂ, ਉਹ ਬਾਣੀ ਦੇ ਜਪਣ ਵਾਸਤੇ ਸੀ। ਬਾਣੀ ਦੇ ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਬਾਣੀ ਤੇ ਸੁਣਦਾ ਜੋ ਸਿਧਾਂਤ ਮਿਲਿਆ ਉਹਨੂੰ ਅਮਲ ਵਿੱਚ ਲੈ ਆਉਂਦਾ, ਤੇਰੀ ਗਤੀ ਹੋ ਜਾਣੀ ਸੀ, ਪਰਮਗਤ ਨੂੰ ਪ੍ਰਾਪਤ ਹੋ ਜਾਂਦਾ। ਲਾ ਬੋਲਿਓ ਬੰਦੀ ਅੰਮ੍ਰਿਤ ਬਾਣੀ ਹਰ ਪ੍ਰਭ ਤੇਰੀ, ਅੰਮ੍ਰਿਤ ਬਾਣੀ ਹਰ ਪ੍ਰਭ ਤੇਰੀ, ਅੰਮ੍ਰਿਤ ਬਾਣੀ ਹਰ ਪ੍ਰਭ ਤੇਰੀ, ਅੰਮ੍ਰਿਤ ਬਾਣੀ ਹਰ ਪ੍ਰਭ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸਾਥ ਨਾ ਚੱਲ ਬਿਨ ਭਜਨ ਵਿਖਿਆ ਸਗਲੀ ਸ਼ਾਨ। ਸੋਹਣਾ ਹੈ ਸਭ ਕੁਝ, ਜਿਹਦੇ ਕਰਕੇ ਤੂੰ ਨਿਤਨੇਮੀ ਨਹੀਂ ਬਣ ਸਕਿਆ ਉਹ ਸਵਾਹ ਹੈ। ਬਾਣੀ ਦਾ ਫੈਸਲਾ ਕਿ ਕਹਿੰਦੇ ਨੇ ਨਾ ਜੀ ਰਜੇ ਨਹੀਂ ਬੜੇ ਨੇ,
ਜਿਨ੍ਹਾਂ ਰਜੇਵਿਆਂ ਕਰਕੇ ਤੂੰ ਨਿਤਨੇਮੀ ਨਹੀਂ ਬਣ ਪਾਇਆ। ਗੁਰੂ ਸਾਹਿਬ ਕਹਿੰਦੇ ਸਵਾਹ ਹੈ, ਤੂੰ ਸਵਾਹ ਪਿੱਛੇ ਨਿਤਨੇਮੀ ਨਹੀਂ ਬਣਿਆ। ਇਸ ਮਨ ਨੂੰ ਕਰੁਣਾ ਦੇਈਏ। ਵੇਖੋ ਅਸੀਂ ਅੰਮ੍ਰਿਤ ਦੀ ਪ੍ਰਾਪਤੀ ਕਰਨੀ ਹੈ। ਯਾਦ ਰੱਖਿਓ ਅੰਮ੍ਰਿਤ ਨਾਮ ਹੀ ਹੈ। ਭੁਲੇਖੇ ਵਿੱਚ ਨਾ ਕਹਿਣਾ ਵੀ ਅੰਮ੍ਰਿਤ ਕੁਝ ਹੋਰ ਹੈ, ਅੰਮ੍ਰਿਤ ਨਾਮ ਹੈ। ਹੁਣ ਕਈਆਂ ਨੇ ਕਹਿਣਾ ਜੀ ਫਿਰ ਖੰਡੇ ਦਾ ਅੰਮ੍ਰਿਤ ਕੀ ਹੋਇਆ? ਸਵਾਲ ਬੜੀ ਛੇਤੀ ਆਉਂਦੇ ਨੇ ਇਸ ਬੁੱਧੀ ਦੇ ਅੰਦਰ। ਇਹ ਬੁੱਧੀ ਇੰਨੀ ਤੇਜ਼ ਚੱਲਣ ਲੱਗ ਪਈ, ਇਹੋ ਜਿਹਾ ਪੰਡਤ ਬਣਿਆ ਜਿਹਨੂੰ ਕਹਿਣਾ ਪਿਆ ਸਤਿਗੁਰੂ ਜੀ ਨੂੰ ਵੀ ਪੰਡਤਾ ਤੂੰ ਡੁੱਬਿਆ ਕਿ ਡੁੱਬਿਆ। ਤੇ ਦੂਏ ਪਾਸੇ ਕਹਿਣਾ ਪਿਆ ਮੂਰਖਾ ਤੇਰਾ ਬੇੜਾ ਪਾਰ ਹੈ। ਪੰਡਤ ਪੰਡਤ ਜਲ ਵੇ ਮੂਰਖ ਪਰੇ ਪਾ। ਪੰਡਤ ਸੜ ਗਿਆ, ਮੂਰਖ ਦਾ ਬੇੜਾ ਪਾਰ। ਇਹੋ ਜਿਹਾ ਪੰਡਤ ਹੈ ਜਿਹੜਾ ਸੜ ਗਿਆ। ਪੰਡਤ ਦਾ ਬੇੜਾ ਤੇ ਪਾਰ ਹੋਣਾ ਚਾਹੀਦਾ ਸੀ। ਇਹ ਉਹ ਪੰਡਤ ਹੈ ਜਿਹੜਾ ਗੁਰੂ ਦੀ ਗੱਲ ਸੁਣ ਕੇ ਕਹਿੰਦਾ ਵੀ ਜਿਹੜੇ ਚੌਂਕ 'ਚ ਤਾਸ਼ ਖੇਡਦੇ ਆ ਪਹਿਲਾਂ ਉਹਨਾਂ ਦੀ ਲੈ ਲੈ। ਇਹ ਉਹ ਪੰਡਤ ਦੀ ਗੱਲ ਹੈ। ਜੇ ਸਤਸੰਗ ਵਿੱਚ ਬੈਠਿਆ ਕਿਤੇ ਸੁਰਤੀ ਨੇ ਉਛਾਲ ਖਾਦਾ, ਫੁਰਨਾ ਬਣ ਗਿਆ, ਖੰਡੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਈਏ, ਨਹੀਂ ਕਹਿੰਦਾ ਪਹਿਲਾਂ ਘਰੇ ਰਹਿ ਕਰਦੇ। ਇਹ ਉਹ ਪੰਡਤ ਹੈ ਜਿਹੜਾ ਸੰਸਾਰੀ ਪੰਡਤ ਨੇ ਡੁੱਬ ਜਾਣਾ ਤੇ ਉਹ ਮੂਰਖ ਦਾ ਬੇੜਾ ਪਾਰ ਹੋ ਜਾਣਾ, ਜਿਹਨੇ ਗੁਰੂ ਦਾ ਵਚਨ ਸੁਣਦਿਆਂ ਸਾਰ ਪ੍ਰਣ ਲੈ ਲਿਆ ਵੀ ਮੰਨ ਲੈਣਾ। ਉਹ ਮੂਰਖ ਦਾ ਬੇੜਾ ਪਾਰ ਹੋ ਜਾਣਾ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ। ਅੰਮ੍ਰਿਤ ਨਾਮ ਹੈ, ਪਰ ਮਿਲਣਾ ਕਿਵੇਂ ਹੈ? ਅੰਮ੍ਰਿਤ ਗੁਰਮਤਿ ਪਾਇਆ। ਗੁਰਮਤਿ ਦੇ ਤੱਤੇ ਨੂੰ ਸਿਆਰੀ ਹੈ। ਵਿਆਕਰਨ ਦੇ ਕੁਝ ਨਿਯਮ ਨੇ, 2 ਦੂਣੀ 4 ਹੀ ਕਹਿਣਾ ਪੈਣਾ। ਠੀਕ ਆ ਵੀ ਕਈ ਵਾਰ ਸਟੈਂਡ ਲੈ ਲੈਂਦੇ, ਨਹੀਂ ਜੀ ਕਹਿੰਦੇ ਅਸੀਂ 2 ਦੂਣੀ 6 ਬਣਾ ਕੇ ਵਿਖਾਵਾਂਗੇ। ਨਹੀਂ, 2 ਦੂਣੀ 4 ਹੀ ਰਹਿਣੀ। ਜੋ ਨਿਯਮ ਹੈ ਉਹ ਨਿਯਮ ਹੈ। ਗੁਰਬਾਣੀ ਵਿੱਚ ਕੁਝ ਵੀ ਵਾਧੂ ਨਹੀਂ ਹੈ। ਕੋਈ ਲਗ ਮਾਤਰ ਸੌਂਪੜ ਦਲੇਂਦਰ ਕੁਝ ਵੀ ਵਾਧੂ ਨਹੀਂ ਹੈ। ਹਰ ਚੀਜ਼ ਦਾ ਮੀਨਿੰਗ ਹੈ। ਹਰ ਜਗਤ ਦੇ ਨਿਯਮਾਂ ਅਨੁਸਾਰ ਵੇਖਣਾ ਪਏਗਾ, ਪੜ੍ਹਨਾ ਪਏਗਾ, ਉਹਦਾ ਕੀ ਮਤਲਬ ਹੈ। ਗੁਰਮਤਿ ਦੇ ਤੱਤੇ ਨੂੰ ਸਿਆਰੀ ਕਿਉਂ ਲਾਈ ਹੈ? ਸਿਆਰੀ ਕਾਰਜ ਦਾ ਕੰਮ ਕਰਦੀ ਹੈ। ਗੁਰਮਤਿ ਦੇ ਦੁਆਰਾ ਅੰਮ੍ਰਿਤ ਨਾਮ ਹੀ ਹੈ, ਪਰ ਤੈਨੂੰ ਗੁਰਮਤਿ ਦੇ ਦੁਆਰਾ ਪ੍ਰਾਪਤ ਹੋਣਾ, ਤੈਨੂੰ ਗੁਰਮਤਿ ਜੀਵਨ ਵਿੱਚ ਲੈ ਕੇ ਆਉਣੀ ਪੈਣੀ, ਗੁਰਮਤਿ ਦ੍ਰਿੜ ਕਰਨੀ ਪੈਣੀ। ਤੇ 5 ਪਿਆਰੇ ਕੀ ਕਰਦੇ? ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ, 5 ਪਿਆਰੇ ਕੀ ਕਰਦੇ? 5 ਪਿਆਰੇ ਕੀ ਕਰਦੇ ਨੇ? ਗੁਰਮਤਿ ਦ੍ਰਿੜ ਕਰਾਉਂਦੇ ਨੇ। ਕੀ ਕਰਨਾ ਹੈ, ਕੀ ਨਹੀਂ ਕਰਨਾ, 5 ਪਿਆਰੇ ਗੁਰਮਤਿ ਦ੍ਰਿੜ ਕਰਵਾਉਂਦੇ ਨੇ। ਗੁਰਮਤਿ ਤੇ ਅੱਜ ਕਿੱਥੋਂ ਭੁਲੇਖੇ ਪੈਣ ਲੱਗ ਪਏ। ਜਿਨ੍ਹਾਂ ਨੂੰ ਗੁਰਮਤਿ ਦ੍ਰਿੜ ਕਰਵਾਈ ਗਈ ਸੀ ਉਹਨਾਂ ਪ੍ਰਤੀ ਕਿੱਥੋਂ ਭੁਲੇਖੇ ਪੈਣ ਲੱਗ ਪਏ। ਕਹਿੰਦੇ ਇਹ ਹਿੰਦੂ ਨੇ, ਕਹਿੰਦੇ ਨਾ ਬਿਆਨ, ਕਹਿੰਦੇ ਵੱਖਰੀ ਕੌਮ ਨਹੀਂ, ਇਹ ਤਾਂ ਹਿੰਦੂ ਨਹੀਂ, ਇਹ ਸਾਡਾ। ਕਿੱਥੋਂ ਭੁਲੇਖਾ ਪੈ ਗਿਆ ਵੀ ਇਹ ਤਾਂ ਗੁਰਮਤਿ ਦ੍ਰਿੜ ਕਰਨ ਵਾਲੇ ਸੀ, ਉਹਨਾਂ ਨੂੰ ਕਿੱਥੋਂ ਭੁਲੇਖਾ ਪੈ ਗਿਆ। ਇਹ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਕਿਸੇ ਮੁਸਲਮਾਨ ਨੂੰ ਕਿਤਾਬ ਲਿਖਣੀ ਨਹੀਂ ਪੈਂਦੀ, ਆਪ ਹਿੰਦੂ ਨਹੀਂ। ਕੋਈ ਈਸਾਈ ਲਿਖਦਾ ਲਿਖਿਆ ਹੀ ਨਹੀਂ, ਹਮ ਹਿੰਦੂ ਨਹੀਂ। ਸਿੱਖਾਂ ਦੇ ਵਿਦਵਾਨ ਨੂੰ ਲਿਖਣੀ ਕੋਈ ਕਿਤਾਬ, ਹਮ ਹਿੰਦੂ ਨਹੀਂ। ਵੇਖੋ ਕਿਸੇ ਧਰਮ ਦੀ ਨਿੰਦਿਆ ਨਹੀਂ, ਆਪੋ ਆਪਣੀ ਥਾਂ ਮੁਬਾਰਕ ਹੈ। ਨੇਪਾਲ ਵਿੱਚ ਸਾਰੇ ਨੇਪਾਲੀ ਹੋਣਗੇ। ਜੇ ਸਾਰੇ ਤੁਸੀਂ ਹਿੰਦੂ ਮੰਨਦੇ ਹੋ ਤੇ ਇਹ ਬਿਆਨ ਕਿਉਂ ਲਿਆਉਂਦੇ ਆ? ਜਿਵੇਂ ਬਿਆਨ ਲਾਇਆ ਸੀ ਉਹਨਾਂ ਦੇ ਇੱਕ ਆਗੂ ਨੇ, ਉਹ ਕਹਿੰਦਾ ਜੀ ਮੁਸਲਮਾਨ ਸਾਡੀ ਹਿੰਦੂ ਲੈ ਕੇ ਜਾਣਗੇ, ਉਹਨਾਂ ਦੀਆਂ 100 ਲੈ ਕੇ ਜਾਣਗੇ। ਉਹ ਕਹਿੰਦਾ ਸਿੱਖ ਸਾਰੇ ਹਿੰਦੂ ਹੀ ਨੇ, ਨਾ ਵਿੱਚ ਮੁਸਲਮਾਨ ਕਰ ਲਿਆ। ਯਾਰ ਉਹ ਬੇਨਤੀ ਕਰ ਵੀ ਆਪਣਾ ਕੁੜਤਾ ਚੱਕਿਆ ਤੇ ਆਪਣਾ ਟਿਕੰਗਾ ਹੁੰਦਾ ਹੈ। ਇਹ ਤੇ ਗੱਲ ਸਮਝਣੀ ਪੈਣੀ ਤੁਹਾਨੂੰ ਵੀ ਸਾਨੂੰ ਕਿੱਥੋਂ ਉਹਨਾਂ ਲੋਕਾਂ ਨੂੰ ਭੁਲੇਖਾ ਪੈਣ ਲੱਗ ਪਿਆ ਵੀ ਇਹ ਤਾਂ ਸਾਡਾ ਹੀ ਹਿੱਸਾ ਲੱਗਦੇ ਨੇ। ਕੁਝ ਹੈਗੇ ਨੇ ਸਾਡੇ ਵਿੱਚ ਕਰਮ, ਸਾਡੀਆਂ ਕੁਝ ਘਾਟਾਂ ਨੇ। ਜਦੋਂ ਬਾਬੇ ਨਾਨਕ ਦੀ ਫੋਟੋ ਬਣ ਗਈ ਰੱਖੜੀ ਬਣਾਉਂਦੇ ਜੀ ਤੇ ਭੁਲੇਖੇ ਪੈਣੇ ਹੈ ਵੀ ਇਹ ਸਿੱਖ ਹੋ
सकते। ये तो वो सी जिन्हां दे सिख जरनैलां ने बगानियां दे हत्थां विचों साडीआं धीआं छुड़वा के लिआंदियां सी ते साडीआं धीआं नूं अपने भरावां दे गुट्टां ते बशर्मी दे गाने बन्नने पए सी ते कहना पिया सी ओ बशर्मो तुसीं सगे भरा सी साडी इज्जत नहीं बचा सके। आ सिख जरनैल सानू कहना पिया मोड़ी बाबा डांग वालिया मोड़ी बाबा कच्छ वालिया डांगा भी इत्थे खाकी नीकरां कोई बथेरे चक्की फिरदे या भन तोड़ सैन कलियां नीकरां वाले भी ने ना वो आवाज पैंदी सी मोड़ी बाबा कच्छ वालिया तेरे गुरु ने दुशहरा दिता तेनों जंग दी रहमत दित्ती है नाल तू साडी इज्जत बचा सकदा है। ते असीं वो बशर्मी का गाना रखड़ी बना लिया ते बाबे नानक दे गुट ते भी बन दित्ती। वाह नाले हुण तां समां ही बहुत हैरानीजनक काम है। कहते भरा तो वादा लैंदियां ने भैणां भी वीरा रखिया करी वेले सिर हुण काम किते हो भी जाते वो रखड़ी बनदी है वीरा रखिया करी वो कहता भैणे तेरी रखिया तो जो करनी देखांगे अज तो तू मेरी रखिया कर। कहती किवें कहता पैसे थोड़े जे वध दे जी मेरी तो फी मुक्की पई है हालत तो इत्थे आ गई। वो कहता मेरा नशा मुक्या तू पैसे वध दे मेरी रखिया कर। जो छोटे छोटे होंदे सी ना तीजी चौथी पंजवीं जमात च पढ़ते किसी बस स्टैंड ते किते विरला बोर्ड लग्या हुंदा होवेगा जिथे लिखा होगा कि बेऔलाद जोड़े थे इन्ने नंबर के संपर्क मरदाना का हासिल हो। अज कोई गल सारी है इन्होंने बोर्डा का कारण क्योंकि डॉक्टर ने वर्ल्ड लैवल की रिपोर्ट दी है कि जिन्ना नशा पंजाब का नौजवान खा रहे हैं ये औलाद पैदा करने की समर्था खत्म हो जाती है खत्म हो रही है। जिहो जे हालात होना भाई वो जे बैनर लग जाते थे वो जे पर्चे छप जाते थे अज साढ़े हालात इत्थे आ खड़ गए। पर मैं एक गल आखां समय बदलनी ज़्यादा खतरनाक है तो मनमत बदलनी ज़्यादा खतरनाक है। मैं तो जो फर्क कढ़िया समय नालों भी ज़्यादा खतरनाक है मनमत बदलनी। जे मनमत ना बदलाई जाए गुरमत बरताई जाए तो इधर इस पासे बल आएगा ही कोई नौजवान क्यों इन्हों को गुरमत नहीं बताई गई। जदों ये सेवा करते हैं किसी थान से कोई डेरेदार ये नहीं कहता भी केस रखो भाई ठीक है प्रशादा पका के लियाए हो तां लियाओ अगली बार घर के समागमां ते गृह कारजां दे विच जे संगत ते पंडित दा सिद्धांत बरकरार रखिया होवेगा सारे अनुमान नहीं उन्होंने सीधा साफ लाया वो कहते पक्या पकाया नहीं आओ तो लोग थोड़े खत्म कर ही जाए तो गल दो शब्दों में बढ़ती हो गई असी उसके पीछे तुरते हुए बात बोलने की लोड़ भी नहीं है किसी। मैं बेनती करा प्यारे धर्म का जो प्रचार है ना सत्संग समागम जो माहौल तुसी हो गया तेरी बड़ी कीमत है कथा समागम कीमत तुसी टीवी ते वेखदे हो पर सुनने जिहड़ा होना ऐस कदर दा बह के खाना घर बैठिया वो गल नहीं बनती। तां सतगुरु ने कहा पांच प्यारे की हिदायत करते हैं सिखा साध संगत विच रोजाना चल के आना जरूरी है। ये जरूरी हिदायत है। सिर कर्मन के कर्म क्यों क्या है हर कीर्त साध संगत है सिर कर्मन के कर्म कल भगवान बाकी जिन्ने बैठे हो हर जोड़ के बेनती करना भी किसी टुटे हुए को प्रेरणा करके लेके जाओ। तुसी ये नहीं किसी को कहना होगा भी आप कुछ मनाउण लेके चले तुसी खुद तेन कुछ सुनाउण लेके चले मनाउण की गल ना करो। अज मसला सुनाउण दा है कोई सुननी नहीं चाहता भी ये वखरी कौम नहीं हो सकती तो मैं होर देखदा उधर बयान लगता है ये वखरी कौम नहीं ते इधरों जिहड़े बयान लगते हैं कुछ एक छाड़िए बिच
ਵੱਖਰੇ ਹੈ। ਵਖਰੇਵਾਂ ਲਿਆਉਣਾ ਪਊਗਾ ਹੀ। ਵੱਖਰੀ ਕੌਮ ਤਾਂ ਹੈ ਜੇ ਵਖਰੇਵਾਂ ਰਿਹਾ ਨਹੀਂ ਤੇ ਕੋਈ ਵੱਖਰਾ ਬਣਦੀ ਹੈ। ਜਦੋਂ ਵੇਖਦੇ ਨੇ ਵੀ ਮੰਤਰ ਤੰਤਰ ਤਾਂ ਸਾਡੀ ਕੌਮ ਵਿੱਚ ਨਹੀਂ, ਦੇਖੋ ਜੀ ਇਹਨਾਂ ਨੇ ਵੀ ਬਾਣੀ ਮੰਤਰ ਬਣਾ ਦਿੱਤੀ। ਕਈ ਥਾਵਾਂ ਤੇ ਨਾ ਪਰਿਵਾਰ ਕਿਵੇਂ ਪਤਾ ਲੱਗੂ ਸਾਡੇ ਵਾਲਾ ਅਖੰਡ ਪਾਠ ਸਾਹਿਬ ਕਿੱਥੇ ਚੱਲ ਰਿਹਾ, ਸਾਡੇ ਵਾਲਾ ਇੱਥੇ 101 ਪ੍ਰਕਾਸ਼ ਨੇ ਜੀ, ਸਾਡੇ ਵਾਲਾ ਕਿੱਥੇ ਚੱਲਦਾ ਹੈ, ਅਸੀਂ ਉੱਥੇ ਮੱਥਾ ਟੇਕਣਾ। ਹੁਣ ਜੇ ਪਾਠੀਆਂ ਦੇ ਮੂੰਹ ਨੰਗੇ ਹੋਣ ਤਾਂ ਵੀ ਪਛਾਣ ਆ ਜੇ, ਉਹ ਮੂੰਹ ਵੀ ਬੰਨੇ ਹੋਏ ਨੇ ਜਿਵੇਂ ਪੂਰੀ ਢੋਣੀ ਹੋਈ ਹੈ। ਦੇਖੋ ਮੈਂ ਇਹ ਨਹੀਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਰੱਖਣਾ। ਅਸੀਂ ਆਹ ਹਜ਼ੂਰੀ ਕਾਹਦੇ ਲਈ ਨੇ, ਖਾਂਸੀ ਆਈ ਇਹਨੂੰ ਅੱਗੇ ਕਰਨਾ, ਛਿੱਕ ਆਏ ਇਹਨੂੰ ਅੱਗੇ ਕਰਨਾ। ਪਰ ਹੁਣ ਮਸਲਾ ਇੱਥੇ ਆ ਕੇ ਖੜ ਗਿਆ ਵੀ ਕਿਹੜਾ ਪਾਠੀ ਦੀ ਕੋਈ ਇੰਟਰਵਿਊ ਹੈ, ਕਹਿੰਦੇ ਵੀ ਅੱਖਾਂ ਤਾਈਂ ਕੱਪੜਾ ਲਵੇਟ ਲਈ, ਜੇ ਨੀਵਾਂ ਰਹੇਗਾ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇਹ ਉਹ ਬੰਦਾ ਜਿਹਨੂੰ ਉੜਾੜਾ ਵੀ ਨਹੀਂ ਪੜ੍ਹਨਾ ਹੁੰਦਾ, ਇਹ ਤਾਂ ਸਕੂਲ ਮੂਰਤੀ ਨਹੀਂ ਲੰਘਿਆ, ਇਹ ਪਾਠ ਕਰੀ ਜਾਂਦਾ। ਹੁਣ ਜਦੋਂ ਗਿਣਤੀ ਇੰਨੀ ਵੱਧ ਗਈ ਪਾਠਾਂ ਦੀ, ਤਾਂ ਮੈਂ ਸੁਣ ਰਿਹਾ ਸੀ ਕਹਿੰਦੇ ਮਹਾਂਪੁਰਸ਼ਾਂ ਨੇ 2000 ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਾਏ। ਕਹਿੰਦੇ ਹਿੰਦੂ ਵੱਡਾ ਜਪਦਾ ਕੀ ਹੋ ਜੂ, 1.5 ਕਰੋੜ। ਇਹ ਗੱਲਾਂ ਸਮਝਣੀਆਂ ਪੈਣੀਆਂ ਵੀ ਅਸੀਂ ਕੁਆਂਟੀਟੀ ਵਧਾਉਣੀ ਕਿ ਕੁਆਲਿਟੀ ਵਧਾਉਣੀ ਹੈ। ਕੁਆਂਟੀਟੀ ਪਿੱਛੇ ਦੌੜ ਪਏ ਤੇ ਕੁਆਲਿਟੀ ਗਵਾਚ ਗਈ। ਉਹ ਜਦੋਂ ਵੇਖਦੇ ਨੇ ਵੀ ਮੰਤਰ ਤੰਤਰ ਤਾਂ ਸਾਡੇ 'ਚ ਸੀ, ਇਹਨਾਂ ਨੇ ਵੀ ਬਾਣੀ ਮੰਤਰ ਬਣਾਤੀ। ਹੁਣ ਦੱਸੋ ਵੀ ਕਿੱਥੋਂ ਵੱਖਰੇ ਨੇ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ, ਤੇਜ ਦਿਓ ਮੈਂ ਸਾਰਾ ਸਿਖਾ, ਮੈਂ ਸਾਰਾ ਤੇਜ ਦੇਣਾ ਹੈ। ਮੈਂ ਤੇਥੋਂ ਕੁਝ ਲੁਕੋ ਕੇ ਨਹੀਂ ਰੱਖਣਾ, ਮੈਂ ਡਾਰ ਕੋ ਤੇਥੋਂ ਮਾਰੇ ਦੇ ਮਤਲਬ ਇਹ ਹਸਤੀ ਬਸ ਇਹ ਚਾਰ ਆਪ ਤਵੰਡੀ ਅਨੰਦੀ ਕੋ ਸੇ ਸਭੀ ਇਹ ਚਾਰ ਮਾਫ ਕਰ ਗਿਆ ਸਭੀ ਕਹਿੰਦੇ ਚਾਰ ਦੀ ਗੱਲ ਨਹੀਂ ਮੈਂ ਕਰ ਪਿਆ। ਗੁਰੂ ਨੂੰ ਪਤਾ ਸੀ ਕਿ ਹਜ਼ਾਰਾਂ ਨੇ ਜਿਹੜੇ ਗੁਰੂ ਦੀ ਬਾਣੀ ਲੈ ਕੇ ਆਈ ਨਾ, ਯਾਦ ਬਣਾ ਕੇ ਰੱਖਦਾ। ਇਹਨਾਂ ਨੇ ਇਸ ਕੁਆਲਿਟੀ ਤੇ ਲੈ ਆਉਣੀ। ਮੈਂ ਸਾਰੇ ਪਿੰਡ ਦੇ ਸੈਂਕੜੇ ਪਾਠੀ ਅਗਰ ਦੇ ਪਾਠੀ ਆ ਸਿੱਖ ਪਾਠੀ ਜਾਈਦਾ ਪਾਠੀ ਹੈ ਪਾਠੀ ਬੜੇ ਸ੍ਰੀ ਅਖੰਡ ਸਾਹਿਬ ਦੇ ਬਾਣੀ ਅੱਧੇ ਘੰਟੇ ਤੋਂ ਪਾਠੀ ਬਦਲ ਜਾਂਦੇ। ਬੋਲ ਕੇ ਬਾਤ ਕਰੋ, ਅਰਜੀ ਲੈ ਬਾਹਰ ਕਰਾਏ, ਨੌਜਵਾਨ ਬੱਚੇ ਸਾਡੀਆਂ ਧੀਆਂ ਬਾਣੀ ਪੜ੍ਹਨ, एनर्जी लैवल पूरा होगा, ऊंची आवाज में बोल के बाणी पढ़ी जाएगी तो सुनने वाले को पता लगेगा गुरु ग्रंथ साहब की कह रहे हैं। नहीं आज असी सिर्फ बाहरी संस्कार में चिपड़ गए अपने वेद की तरह। तो साडे धर्म स्थानां ते विपता बनी पई है कि इन्ने रमाला साहब करिए की 2 घंटे बाद चाहे रमाला साहब बदल दे, क्योंकि सिख रमाला साहब भेंट करके कहता मैं फारग हो गया, बस आही करना सी कामा करता गुरुद्वारे आके। याद रखियो जी जिहड़ी सुरत की खुराक है ना वो शब्द है, शब्द का दान शब्द करना विच लाया। ये तो बाहरी चीज़ां सन। जदों सिख घोड़ियां दीयां काठियां ते रहिंदा सी, किन्नियां तो पेटियां सन रमाला साहिब दियां, पर कंन मन के छंभ विच सिख उदों भी गुरु ग्रंथ साहिब की बाणी पढ़दा सी। एक रमाला साहिब दे विच सतगुरां दा सरूप लपेट के छाती नाल ला के घोड़े ते बह के पलाकी मारदा सी, जिधर रब रजाए बैठ तब गौन करे। क्योंकि पता नहीं सी हुंदा ज़ालिम ने किहड़े पासे कदों अग ला देनी है जंगल नूं ते इत्थों भजना पै जाना। वो सिख सिद्धांत नूं किन्ने कु समर्पित सन, ये ते उन्हां दा जीवन पढ़ के देखो किन्ना सत्कार सी गुरु ग्रंथ साहिब दा। गुरु के सिखा अज भी तू लाहौर दे नखास चौंक दे विच खड़ के सुरत दे कंन दे नाल ना थोड़ा जिहा ध्यान नाल सुणन दा यतन कर। अज भी उत्थे भाई मनी सिंह जी का बंद कट्टिया जा रहा, तेन टोके चलते भी आवाज भी सुनेगी ते विच जपजी साहिब पढ़ते भाई मनी सिंह जी की आवाज भी सुनेगी। सत्कार तो इथों पता लगता जो पानी गुरमुख रोम रोम हर ध्याव है। एक तो पानी चलता
ਜਾਂਦਾ ਸਿੱਧੀ ਨਦੀ 'ਚ। ਇੱਕ ਜਦੋਂ ਹੜ੍ਹ ਆਉਂਦਾ ਫਿਰ ਥੋੜ੍ਹਾ ਪਾਣੀ ਪੁੱਛਦਾ ਵੀ ਹੁਣ ਸਿੱਧਾ ਹੀ ਜਾਣਾ ਹੈ, ਬਸ ਮਾਰਦਾ ਜ਼ੋਰ, ਕਿਤੋਂ ਰਸਤਾ ਬਣਾ ਲਿਆ, ਕਿਤੋਂ ਬਣਾ ਲਿਆ, ਤੋੜ ਤੇ ਬੰਨ ਸਾਰੇ ਪਾਸਿਆਂ ਨੂੰ। ਜਦੋਂ ਪ੍ਰੇਮ ਦਾ ਛਾਲ ਆਉਂਦਾ ਨਾ ਗੁਰਸਿੱਖ ਦੇ ਅੰਦਰ, ਫਿਰ ਸਿਮਰਨ ਜ਼ਰੂਰੀ ਨਹੀਂ ਵੀ ਆ ਇੱਕ ਰਸਤੇ ਥਾਈਂ ਤੁਰਨਾ ਹੈ, ਜੀਵ ਰਾਹੀਂ ਵੀ ਤੁਰਨਾ। ਹੁਣ ਤਾਂ ਹੜ੍ਹ ਆ ਗਿਆ, ਹੁਣ ਤਾਂ ਰੋਮਾਂ ਥਾਈਂ ਵੀ ਬਾਹਰ ਨਿਕਲਦਾ। ਹੜ੍ਹ ਜਿਉਂ ਆ ਗਿਆ ਬਈ, ਜਦੋਂ ਹੜ੍ਹ ਹੀ ਆ ਗਿਆ ਨਦੀ ਦੇ ਵਿੱਚ, ਫਿਰ ਥੋੜ੍ਹਾ ਉਹਨੇ ਦੇਖਣਾ ਵੀ ਸਿੱਧਾ ਹੀ ਵਗਣਾ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਸਤ ਸਤ ਹਰਿ ਸਤ ਸਤ। ਇਹ ਸਵਈਆ ਆਖਰੀ ਨੇ ਆਰੰਭ ਵਿੱਚ ਸਰਵਣ ਕੀਤਾ ਤੇ ਮੇਰੀ ਇੱਛਾ ਵੀ ਭਾਈ ਸਾਹਿਬ ਜੀ ਦੇ ਆਉਣ ਤੱਕ ਇਹਦੇ ਅਰਥ ਵੀ ਸੰਪੰਨ ਹੋ ਜਾਣ। ਸਤ ਸਤ ਹਰਿ ਸਤ ਸਤ, ਸਤੇ ਸਤ ਭਣੀਐ। ਉਹ ਵਾਹਿਗੁਰੂ ਸਤ ਹੈ, 4 ਵਾਰੀ ਆਇਆ ਸਤ ਸਤ ਹਰਿ ਸਤ ਸਤ। ਉਹ ਸੱਚ ਹੈ ਭਾਈ, ਕੋਈ ਸ਼ੱਕ ਨਾ ਕਰਿਓ। ਸਤੇ ਸਤ ਧਰੀਐ, ਇਹਦੇ ਅਰਥ ਪਤਾ ਕੀ ਨੇ? ਹੈ ਤਾਂ ਸੱਚ, ਪਰ ਉਹ ਆਸਰਾ ਕਿਹਨਾਂ ਨੂੰ ਦਿੰਦਾ? ਸੇਵਕ ਕੋ ਨਿਕਟੀ, ਬੋਲਦੇ ਸੇਵਕ ਕੋ ਨਿਕਟੀ ਹੋਏ ਦਿਖਾਵੈ। ਜੈ ਜੈ ਕਾਜ ਕਿਰਤ ਸੇਵਕ ਕੀ ਤਤ ਕਾਲ ਉਠਤਾਵੈ। ਕਿਹਨੂੰ ਨੇੜਿਓਂ ਦਿਖਾਉਂਦਾ ਹੈ? ਸੇਵਕ ਨੂੰ, ਦੁਸ਼ਟ ਨੂੰ ਨਹੀਂ ਦਿਖਾਉਂਦਾ। ਹਾਲਾਂਕਿ ਰੋਜੀ ਉਹਨੂੰ ਵੀ ਉਹੀ ਦੇ ਰਿਹਾ ਹੈ, ਪਰ ਨੇੜੇ ਹੋ ਕੇ ਸੇਵਕ ਨੂੰ ਦਰਸ਼ਨ ਦਿੰਦਾ ਹੈ। ਸੇਵਕ ਨੂੰ, ਜਿਨ੍ਹਾਂ ਦੇ ਅੰਦਰ ਸੱਚ ਪ੍ਰਧਾਨ ਹੈ, ਉਹਨਾਂ ਦਾ ਆਸਰਾ ਬਣਿਆ। ਅਗਲੀ ਪੰਕਤੀ ਸੁਣੋ। ਦੂਸਰਿਆ ਨਮਾਇਆ ਪੁਰਖ ਬਹੁ ਰਤਨ ਸੁਣੀਐ। ਕੱਢ ਦਿਓ ਭਰਮ ਵੀ ਉਹਦੇ ਤੋਂ ਬਗੈਰ ਕੋਈ ਦੂਜਾ ਵੀ ਹੈ। ਮਹਾਰਾਜ ਕਹਿੰਦੇ ਪੌਰਾਤਨ, ਪੁਰਾਣਾ, ਕੋਈ ਨਹੀਂ ਦੂਜਾ ਹੈ। ਉਹੀ ਹੈ ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਉਹੀ ਹੈ ਜਿਹੜੇ ਰਹਿਰਾਸ ਸਾਹਿਬ ਦੀ ਬਾਣੀ ਪੜ੍ਹਦੇ ਨੇ ਭਾਗਾਂ ਵਾਲੇ, ਉਹ ਸਾਰੇ ਬੋਲਿਓ। 2 ਸ਼ਬਦ ਪੰਕਤੀ ਦੇ ਮੈਂ ਬੋਲਣੇ, ਬਾਕੀ ਤੁਸੀਂ ਬੋਲਣੇ। ਗੁਣ ਇਹੋ ਰੱਬ ਦਾ ਇਹੀ ਤਾਂ ਗੁਣ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਆਹੀ ਤਾਂ ਗੁਣ ਸੀ ਰੱਬ ਦਾ। ਕਈਆਂ ਨੇ ਸੋਚਿਆ ਵੀ ਚੱਲ ਹੁਣ ਨਹੀਂ ਹੈ, ਪਿੱਛੇ ਤਾਂ ਹੋਇਆ ਉਹ ਸਾਡੇ ਮਹਾਂਪੁਰਸ਼ ਕਹਿੰਦੇ ਸੀ। ਗੱਲ ਇੱਥੇ ਵੀ ਆ ਜਾਂਦੀ ਹੈ ਨਾ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਸਾਡੇ ਮਹਾਂਪੁਰਸ਼ ਕਹਿੰਦੇ ਸੀ। ਸਾਡੀ ਪਿੰਡ ਦੀ ਪੱਤੀ ਤਾਂ ਵਸਦੀ ਹੋਈ ਸਾਡੇ ਮਹਾਂਪੁਰਸ਼ਾਂ ਦੇ ਆਸਰੇ। ਇਹੋ ਜੀ ਸ਼ਬਦਾਵਲੀ ਸਾਡੇ 'ਚ ਆਮ ਪ੍ਰਚਲਿਤ ਹੈ, ਪਰ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਾਡਾ ਗੁਰੂ ਕਹਿ ਦਿਆ ਕਰੋ। ਸਾਡੇ ਮਹਾਂਪੁਰਸ਼, ਸਾਡੀ ਪਾਰਟੀ, ਗੁਰੂ ਗ੍ਰੰਥ ਸਾਹਿਬ ਵਾਲਾ ਧੜਾ ਵੀ ਬਣਾਓ। ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ। ਕਦੇ ਇਸ ਧੜੇ 'ਚ ਵੀ ਆ ਜਾਓ। ਇਸ ਧੜੇ ਵਿੱਚ ਨਹੀਂ ਅਸੀਂ ਆਉਂਦੇ। ਜੀਰੇ ਕੋਲੇ ਨਾ ਪਿੰਡ ਹੈ, ਉੱਥੇ ਅੰਤਮ ਅਰਦਾਸ ਸਮਾਗਮ ਸੀ। ਦਾਸ ਨੇ ਹਾਜ਼ਰੀ ਭਰਨੀ ਸੀ ਤੇ ਉਸੇ ਦਿਨ ਸਵੇਰੇ ਫੋਨ ਆ ਗਿਆ, ਕਹਿੰਦੇ ਭਾਈ ਸਾਹਿਬ ਨਾ ਆਏ। ਮੈਂ ਕਿਹਾ ਜੀ ਏਡੀ ਛੇਤੀ ਕੀ ਹੋ ਗਿਆ, ਤੁਸੀਂ ਕੱਲ ਦੱਸਦੇ ਇੰਨਾ ਮੁੱਕ। ਆਂਦੇ ਜੀ ਵੀ ਅਸੀਂ ਇਸ ਪਰਿਵਾਰ ਨਾਲ ਇਹਨਾਂ ਤੋਂ ਵਾਅਦਾ ਲਿਆ ਸੀ ਵੀ ਸਾਰਾ ਕਾਰਜ ਗੁਰਮਤਿ ਅਨੁਸਾਰ ਹੋਵੇਗਾ। ਪੰਗਤਾਂ ਵਿੱਚ ਬੈਠ ਕੇ ਸੰਗਤ ਪ੍ਰਸ਼ਾਦਾ ਛਕੇਗੀ। ਪੰਗਤਾਂ ਵਿੱਚ ਬੈਠ ਕੇ ਅਸੀਂ ਪ੍ਰਸ਼ਾਦਾ
ਕਈ ਵਾਰੀ, पर पंगत का सिद्धांत नहीं तोड़ना, क्योंकि ये सिद्धांत कोई मामूली नहीं, तुहानूं अज मामूली लग सकता है। जदों गुरु अमरदास पातशाह ने अकबर नूं बिठाया सी ना तपड़ां ते, पहला छक प्रशादा, देश के बादशाह नूं तपड़ ते बिठा के कहना बैठ संगत दे नाल बह के छक। ये बखरियां रसोईयां तां हुण आ गईयां, कहते मंत्री साहब उधर बहणगे कमरे च, ये तो हुण दीयां गल्लां ने ना, वो तो निजी रसोईयां ने, वो लंगर नहीं है गुरु के लंगर, वो तो निजी रसोईयां ने। गुरु अमरदास ने बिठाया सी जिथे सारी संगत बैठी सकती, कह दे उन्होंने उत्थे विच बह के प्रशादा छके, ब्राह्मणवाद दीयां सारियां तोपां दे एंगल घुमा के ना गुरु अमरदास के सैट हो गए सन भी इधर को दागने गोले सारे। ये सानू बिठाउंदा है उन्हां दे नाल जिहड़े साडे झूठे भांडे च भी नहीं खा सकते, क्योंकि शूगर नूं ते कहंदे सर साडे झूठे बर्तन विच भी खा नहीं सकदा। इहदे नाल जिहड़ी हवा छू गई जे साडे नाल लग गई ते असीं भ्रष्ट हो जाना। जे शूगर सामने आउंदा ते वेखिए हवा दा रुख की है, जे हवा पिछों आ रही है तो फिर पिछे ही मुड़ जाए, ये लग के सानू हवा लग गई असीं भ्रष्ट हो जाना। ये सोच प्रचारी गई हिंदुस्तान की धरती ते। आ पहाड़ी राजिया ने कलगीधर पातशाह नूं कहा सी महाराज सारे थोड़ी पार्टी च आ जाने आ, बस गल इन्नी मननी है भी साडा लंगर वखरा चलिया करो, असीं आ शूदरां च बह के नहीं लंगर छकना, असीं राजी। महाराज कहते याद रखियो इन्हीं को सरदार बना। तुसीं किहड़े राजे हो, मैं इन्हां सरदारियां नूं बल्कि मैं तो कह चुकिया इन्हीं की कृपा के सजे हम है नहीं मोसे गरीब करोड़ भरे। पर याद रखियो बापू कनेड़ी चक के कहता होंदा लै पुत तू तां मेरे तो भी उच्चा हो गया, एवं भरम च ना पै जी पुत, ख्याल रखना भी मोढा ਉਹਦਾ ਦਿੱਤਾ ਹੋਇਆ थले। कई बार सिख भुलेखे च पै जांदा भी ले मैनूं कहना मेरे तो भी उच्चा है, वो भाई उन्हें मोढा लाया थले। गुरु गुरु ही रहिंदा, सिख सिख ही रहिंदा, ये तो उन्हें वडियाई दित्ती है तैनूं, थले मोढा ला के कहता है पुत मेरे तो भी उच्चा हो गया, प्यार दिता है खालसा। और तू ये अर्थ ना ले ली भी शायद मैं गुरु बन गया। गुरु गुरु है, सिख सिख है, सिख ने उहदे च अभेद होना, उहदा अंत नहीं पाउणा। गुरु दा असीं अंत पाउण वास्ते नाम जपदे नहीं प्यारे, अभेद होण वास्ते जपदे। ते मैं बेनती करदा जावां संपन्न भी वो कहंदे जी आयो ना, कहंदे जी असीं वादा लिया सी कि गुरमत ये हुण सवेरे सानूं इन्हां ने कहता भी असीं तां टेबलां ते प्रशादा लाउणा जी, टेबलां ते सारा कुछ लगूगा। मैं कहा भी कारण भी कुछ दसदे होणे भी एकदम राय बदल गई। कहंदे जी कारण इन्हां ने ये दस्सिआ भी साडे पिंड पिछली वार अकाली पार्टी दे अहुदेदार दी माता दा अमरदास समागम सी ते उन्हां ने टेबलां ते खाना लाया सी। असीं कहंदे कांग्रेस वाले असीं घाटा असीं टेबलां ते लावांगे, देखो पार्टी वाली कित्थे आ गई, देखो गल कित्थे आ गई। चाहिदा तां इह सी ਉਹ ਸੰਗਤਾਂ ਨੂੰ ਪੰਗਤਾਂ 'ਚ ਬਿਠਾ ਕੇ ਕਹਿੰਦੇ ਵੀ ਉਹਨਾਂ ਤੋਂ ਤਾਂ ਮਰਿਆਦਾ ਨਹੀਂ ਬਹਾਲ ਕਰ ਹੋਈ ਅਸੀਂ ਕਰਾਂਗੇ, ਚਾਹੀਦਾ ਤਾਂ ਇਹ ਸੀ। ਪਰ ਨਹੀਂ, ਗੁਰਮਤਿ ਸੁਣਨ ਦੀ ਆਦਤ ਹੋਏ ਫਿਰ ਹੀ ਕਿਤੇ ਮੰਨਣ ਹੋਏਗਾ, ਅਜੇ ਤੇ ਕੰਨ ਸੁਣਨ ਵਾਸਤੇ ਨਹੀਂ ਤਿਆਰ ਨਹੀਂ। ਅਸੀਂ ਗੁਰਮਤਿ ਦੇ ਸਿਧਾਂਤ ਵਿੱਚ ਕਿੱਥੋਂ ਪਾਰਟੀ ਬਾਜੀ ਲੈ ਆਉਂਦੇ ਹਾਂ? ਇੱਥੇ ਤਾਂ ਇੱਕੋ ਹੀ ਧੜਾ ਹੈ ਗੁਰਮਤਿ। ਹੁਣ ਸਤਿਗੁਰੂ ਜੀ ਕਹਿ ਰਹੇ ਨੇ ਵਹਿਮ ਕੱਢ ਦੇ, ਗੁਣ ਇਹੋ ਹੋਰ ਨਹੀਂ ਕੋਏ। ਹੁਣ ਭੁਲੇਖਾ ਨਾ ਖਾ ਜੀ ਵੀ ਪਿੱਛੇ ਕੋਈ ਸੀ ਜਾਂ ਗਾਹਾਂ ਨੂੰ ਕੋਈ ਹੋ, ਨਾ ਕੋ ਹੋਆ ਨਾ ਕੋ ਹੋਏ, ਉਹਦੇ ਵਰਗਾ ਨਾ ਹੋਇਆ ਨਾ ਹੋਣਾ। ਇਹ ਕਲਗੀਆਂ ਕਮਰੇ 'ਚ ਬਹਿ ਕੇ ਜਿੰਨੀਆਂ ਮਰਜ਼ੀ ਕੋਈ ਲਾਈ ਜਾਵੇ, ਬੰਦ ਕਮਰੇ 'ਚ ਬਹਿ ਕੇ ਚੌੜ ਕਰਾ ਲੈਣੇ ਬੜੇ ਸੌਖੇ ਆ।
ਮਾਛੀਵਾੜੇ ਦੇ ਜੰਗਲ 'ਚ ਸੁੰਨਸਾਨ ਰਾਹਾਂ ਤੇ ਜਾਂਦਿਆਂ ਚੌਰ ਹੁੰਦਾ ਵੇਖਣਾ ਤੇ ਤੇਰੇ ਗੁਰੂ ਕੱਲ ਦੀ ਧਾਰ ਦੇ ਹੋਇਆ। ਇਹ ਜੈਂਟ ਸਿਕਿਉਰਟੀਆਂ ਦੇ ਆਸਰੇ ਚੌਰ ਕਰਾ ਲੈਣੇ ਇਹ ਕੋਈ ਮੁਸ਼ਕਿਲ ਕੰਮ ਨਹੀਂ ਹੈ। ਮਗਰੋਂ ਇਹਨਾਂ ਦੀ ਡੈਡ ਬੋਡੀ ਵੀ ਜੈਂਟ ਸਿਕਿਉਰਟੀ 'ਚ ਪਈ ਹੁੰਦੀ ਹੈ। ਉਹ ਦੇਖਿਆ ਨਾ ਤੁਸੀਂ, ਮੁੰਡਾ ਕੇਸ ਕਰੀ ਫਿਰਦਾ ਕਹਿੰਦਾ ਬਾਪੂ ਦਾ ਸਰੀਰ ਨਾ ਦੇ ਦਿਓ, ਇਹ ਡੈਡ ਬੋਡੀ ਵੀ ਉੱਥੇ ਹੀ ਰਹਿਣੀ ਹੈ। ਸਿੱਖਾਂ ਤੇਰੇ ਗੁਰੂ ਨੇ ਮਾਛੀਵਾੜੇ ਦੇ ਜੰਗਲਾਂ 'ਚ ਚੌਰ ਕਰਵਾਇਆ। ਜਿਹੜੀ ਕਲਗੀ ਇੱਕ ਵਾਰ ਸੀਸ ਤੇ ਸਜਾ ਲਈ, ਜਦੋਂ ਤੱਕ ਆਪਣੇ ਹੱਥੀਂ ਲਾ ਕੇ ਭਾਈ ਸੰਗਤ ਸਿੰਘ ਦੇ ਸੀਸ ਤੇ ਨਹੀਂ ਸਜਾਈ ਕੋਈ ਲਾ ਨਹੀਂ ਸਕਿਆ। ਰੱਬ ਜਾਣੇ ਤੂੰ ਕਿਉਂ ਨਹੀਂ ਮਾਣ ਕਰਦਾ ਆਪਣੇ ਸਤਿਗੁਰ ਤੇ। ਦੂਸਰਿਆਂ ਨਾਇਬਰ ਪੁਰਖ ਪੌਰਾ ਤਨ ਸੁਣੀਐ, ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ। ਅੰਮ੍ਰਿਤ ਹਰ ਕੋ ਨਾਮ ਲੈ, ਮੈਂ ਪਹਿਲੋਂ ਬੇਨਤੀ ਕੀਤੀ ਵੀ ਅੰਮ੍ਰਿਤ ਨਾਮ ਹੀ, ਪਰ ਮਿਲਣਾ ਉਦੋਂ ਹੈ ਜਦੋਂ ਗੁਰਮਤਿ ਦ੍ਰਿੜ ਕਰਾਈ। ਪੰਜ ਪਿਆਰੇ ਸਿੱਖ ਨੂੰ ਗੁਰਮਤਿ ਦ੍ਰਿੜ ਕਰਵਾਉਂਦੇ ਨੇ, ਪ੍ਰੋਸੀਜਰ ਬਣਾਇਆ ਗੁਰੂ ਨੇ। ਇਹਦੇ ਵਿੱਚੋਂ ਲੰਘੇ ਬਗੈਰ ਸਿੱਖਾ ਤੇਰਾ ਗੁਜ਼ਾਰਾ ਨਹੀਂ। ਜਿਹਦੇ ਨਾਲ ਸਾਡੀ ਕਿਤੇ ਘੱਟ ਭਗਤੀ ਹੈ ਫਿਰ ਕੀ ਅੰਮ੍ਰਿਤ ਨਹੀਂ ਛਕਿਆ। ਉਹ ਬਿਨਾਂ ਭਗਤੀ ਕਰਦਾ ਇਹਦੀ ਭਗਤੀ ਖਾਏ ਨਹੀਂ ਬੈਠੀ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਇਹ ਕਹਿੰਦਾ ਮੈਂ ਥੋੜਾ ਸੁਚੇਤ ਆ, ਮੈਨੂੰ ਆਪਣਾ ਫਿਕਰ ਨਹੀਂ। ਗੁਰੂ ਵਾਲਾ ਨਹੀਂ ਬਣਦਾ। ਪਾਤਸ਼ਾਹ ਕਹਿੰਦੇ ਸੁਣ ਤੇਰੀ ਹਾਲਤ ਕੀ ਹੋਣੀ, ਛੁੱਟਾ ਤੇਰੇ ਗੁਆਰ ਸੁੰਝੈ ਰੱਖੇ। ਜਿਹੜਾ ਦਾਣਾ ਸੜ ਜਾਂਦਾ ਜਾਂ ਜਿਹੜਾ ਦਾਣਾ ਗਿਰ ਜਾਂਦਾ ਖੇਤ ਵਿੱਚ, ਕਿਸਾਨ ਜਿਹਦਾ ਮਾਲਕ ਨਹੀਂ ਬਣਦਾ ਉਹਨੂੰ ਬਾਅਦ ਵਿੱਚ ਲੋੜਵੰਦ ਬੰਦੇ ਫਿਰ ਚੱਕ ਕੇ ਲੈ ਜਾਂਦੇ। ਭਾਵ ਕੀ ਹੋਇਆ ਇਸ ਪ੍ਰਮਾਣ ਦਾ ਵੀ ਜਿਹਦਾ ਮਾਲਕ ਕਿਸਾਨ ਨਾ ਬਣਿਆ ਉਹਨਾਂ ਦਾਣਿਆਂ ਨੂੰ ਕੋਈ ਵੀ ਚੱਕ ਕੇ ਲੈ ਜਾਏ, ਉਹਨਾਂ ਦਾ ਮਾਲਕ ਕੋਈ ਵੀ ਬਣ ਜਾਏ। ਸਿੱਧੀ ਪੰਜਾਬੀ ਬੋਲਾਂ, ਉਹਨਾਂ ਦਾਣਿਆਂ ਨੂੰ ਕੋਈ ਵੀ ਘੜੀਸ ਕੇ ਲੈ ਜਾਏ। ਜਿਹੜਾ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾ ਬਣਿਆ ਨਾ ਬਸ ਫਿਰ ਤੈਨੂੰ ਕੋਈ ਵੀ ਘੜੀਸ ਕੇ ਲੈ ਜਾਏ ਤੂੰ ਹਸਮਾ ਹੈ। ਤੈਨੂੰ ਕਾਮ ਆਪਣੇ ਪਿੰਜਰੇ 'ਚ ਪਾ ਲਏ, ਤੈਨੂੰ ਕ੍ਰੋਧ ਪਾ ਲਏ, ਤੈਨੂੰ ਹੰਕਾਰ ਪਾ ਲਏ, ਤੈਨੂੰ ਈਰਖਾ ਪਾ ਲਏ, ਕੋਈ ਵੀ ਆਪਣੇ ਪਿੰਜਰੇ 'ਚ ਪਾ ਸਕਦਾ। ਇਹ ਹੈ ਗੁਰੂ ਨਾਨਕ ਦੇ ਚੱਲਦਾ ਜਿਨ੍ਹਾਂ ਨੇ ਪਰਸੇ। ਹਜ਼ੂਰ ਕਹਿੰਦੇ ਤੈਨੂੰ ਸਭ ਕੁਲ ਕੀ ਉਧਾਰ, ਕੁੱਲਾਂ ਦਾ ਵੀ ਉਧਾਰ ਕਰਦਾ ਹੈ। ਪਰਿਵਾਰ 'ਚ ਇੱਕ ਬੰਦਾ ਚੌਂਕੜਾ ਮਾਰ ਕੇ ਜਪਜੀ ਸਾਹਿਬ ਕਰ ਰਿਹਾ, ਦੇਖ ਰਿਹਾ, ਸਾਰੇ ਬੱਚੇ ਦੇਖਦੇ ਨੇ ਬਾਪੂ ਬਾਣੀ ਪੜ੍ਹਦਾ ਹੈ, ਉਹ ਵੀ ਤੇਰੇ ਬਰਾਬਰ ਗੁਟਕਾ ਫੜ ਕੇ ਬਹਿਣਗੇ ਚਾਹੇ ਪੜ੍ਹਦੀ ਨਹੀਂ ਹੁੰਦੀ ਬਾਣੀ। ਲੱਗੂਗੀ ਚੇਟਕ ਬੱਚਿਆਂ ਨੂੰ ਜੇ ਤੂੰ ਪਰਿਵਾਰ 'ਚ ਬਹਿ ਕੇ ਨਿਤਨੇਮ ਕਰੇਗਾ। ਪਰਿਵਾਰ ਨੂੰ ਨਾਲ ਬਿਠਾ ਕੇ ਬਾਣੀ ਪੜ੍ਹੀਏ। ਕਈ ਵਾਰ ਸਾਡਾ ਸੁਭਾਅ ਹੁੰਦਾ ਹੈ ਜਦੋਂ ਬਾਣੀ ਪੜ੍ਹਨੀ ਹੈ ਤੇ ਕਿਸੇ ਨੂੰ ਕੋਲ ਹੀ ਨਹੀਂ ਬਹਿਣ ਦੇਣਾ। ਚਲੋ ਵੀ ਪਰੇ ਬਾਣੀ ਪੜ੍ਹਦੀ ਹੈ ਮੇਰੇ ਕੋਲ ਨਾ, ਉਹ ਬਾਣੀ ਪੜ੍ਹਦੀ ਹੈ ਕਿ ਤੂੰ ਲੈਵਲ ਕੇ ਵੀ ਦਾ ਖੰਭਾ ਹੀ ਬਣ ਗਿਆ ਵੀ ਤੂੰ ਹੱਥ ਨਾ ਲਾ ਬੈਠੇ। ਤੂੰ ਬਾਣੀ ਪੜ੍ਹਨੀ ਹੈ ਕੋਲ ਬਿਠਾ ਕਿਸੇ ਨੂੰ, ਬੱਚਿਆਂ ਨੂੰ ਪਿਆਰ ਨਾਲ ਬਿਠਾ। ਕੋਈ ਨਹੀਂ ਮਾੜੀ ਮੋਟਾ ਰੌਲਾ ਪਾਉਂਦੇ ਨੇ, ਮਹੀਨੇ 2 ਮਹੀਨੇ ਬਾਅਦ ਬੈਠਣਾ ਸਿੱਖ ਜਾਣਗੇ। ਜਿਹ ਕਿਰਪਾਲ ਗੋਬਿੰਦ ਭਇਓ ਸਤ ਸੰਗਤ ਤੇ ਪਿਆਰ, ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ। ਉਹਨਾਂ ਦੀਆਂ ਕੁੱਲਾਂ ਦਾ ਵੀ ਉਧਾਰ ਹੋ ਗਿਆ। ਉਹਨਾਂ ਤੋਂ ਕਈਆਂ ਨੂੰ ਚੇਤਕ ਲੱਗ ਗਈ। ਭਾਗਾਂ ਵਾਲੇ 2 ਦਿਨਾਂ ਸਤਸੰਗ ਸਮਾਗਮ ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋਏ ਨੇ। ਭਾਈ ਸਾਹਿਬ ਜੀ ਦੀਵਾਨ ਹਾਲ ਵਿੱਚ ਪਹੁੰਚ ਚੁੱਕੇ ਨੇ। ਆਓ ਸਤਿਗੁਰਾਂ ਦੀ ਅਸੀਸ ਲਈਏ। ਬੜੀ ਇਕਾਗਰਤਾ ਦੇ ਨਾਲ ਆਪ ਜੀ ਨੇ ਸ਼ਬਦ ਦੀ ਵਿਚਾਰ ਸਰਵਣ ਕੀਤੀ ਹੈ। ਅਤੀ ਸਤਿਕਾਰਯੋਗ ਗਿਆਨੀ ਦੀਪ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਜੀ ਨੂੰ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਦਾਸ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਅਣਜਾਣ ਬੱਚਾ ਸਮਝ ਕੇ ਖਿਮਾ ਬਖਸ਼ਣੀ ਗੁਰੂ ਕਿਰਪਾ ਕਰੇ। ਕੱਲ ਦੇ ਦੀਵਾਨ ਵਿੱਚ ਫਿਰ ਆਪ ਜੀ ਦੇ ਦਰਸ਼ਨ ਕਰ ਸਕਾਂ। ਭੁੱਲਾਂ ਦੀ ਖਿਮਾ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ।